ਮੈਂ ਦਫ਼ਤਰ ਤੋਂ ਮੁੜ ਰਹੀ ਸੀ ਕਿ ਮੋਬਾਈਲ ਦੀ ਘੰਟੀ ਵੱਜੀ। ਮੈਂ ਮੋਬਾਈਲ ਔਨ ਕੀਤਾ। ਉੱਧਰ ਤੋਂ ਕਿਸੇ ਨੇ ਦੱਸਿਆ ਕਿ ਰੇਖਾ ਤੇਰੇ ਸਸੁਰ ਜੀ ਨਹੀਂ ਰਹੇ। ਤੂੰ ਤੁਰੰਤ ਇੱਥੇ ਆ ਜਾ। ਇਹ ਸੁਣਦੇ ਹੀ ਮੈਂ ਸੋਚ ਵਿੱਚ ਪੈ ਗਈ ਕਿ ਹੁਣ ਕਿਆ ਕਰਾਂ, ਕਿਉਂਕਿ ਦਫ਼ਤਰ ਵਿੱਚ ਆਡਿਟ ਪਾਰਟੀ ਆਈ ਹੋਈ ਸੀ। ਜਦ ਆਡਿਟ ਚੱਲ ਰਿਹਾ ਹੁੰਦਾ ਹੈ ਉਦੋਂ ਪਰਾਏ ਸਾਹਿਬ ਲੋਕ ਛੁੱਟੀ ਦੇਣੇ ਤੋਂ ਕਤਰਾਉਂਦੇ ਹਨ। ਮੈਂ ਤੁਰੰਤ ਸਾਹਿਬ ਨੂੰ ਫੋਨ ਲਗਾਇਆ ਅਤੇ ਉਹਨਾਂ ਨੂੰ ਸਸੁਰ ਜੀ ਦੀ ਮੌਤ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਘਰ ਆ ਕੇ ਤਤਕਾਲ ਵਿੱਚ ਆਪਣਾ ਰੇਲ ਟਿਕਟ ਬੁੱਕ ਕੀਤਾ। ਜਲਦੀ ਨਾਲ ਸੂਟਕੇਸ ਤਿਆਰ ਕੀਤਾ ਅਤੇ ਰੇਲਵੇ ਸਟੇਸ਼ਨ ਪਹੁੰਚੀ। ਇੰਦੌਰ ਜਾਣੇ ਵਾਲੀ ਟ੍ਰੇਨ ਪਲੇਟਫਾਰਮ ਪਰ ਖੜੀ ਸੀ। ਮੈਂ ਦੌੜ ਕੇ S7 ਕੰਪਾਰਟਮੈਂਟ ਵਿੱਚ ਵੜ ਗਈ। ਮੇਰੇ ਸੀਟ ਪਰ ਬੈਠਦੇ ਹੀ ਟ੍ਰੇਨ ਚੱਲ ਪਈ। ਸੀਟ ਪਰ ਬੈਠਦੇ ਹੀ ਯਾਦਾਂ ਦੀ ਨਦੀ ਦਿਲ ਦੀ ਜਮੀ ਪਰ ਬਹਿਣ ਲੱਗੀ। ਸਸੁਰ ਜੀ ਦਾ ਚਿਹਰਾ ਰਹਿ ਰਹਿ ਕੇ ਯਾਦ ਆ ਰਿਹਾ ਸੀ। ਸੱਚ ਕਹਾਂ ਤਾਂ ਮੇਰਾ ਦਿਲ ਇਹ ਮੰਨਣੇ ਨੂੰ ਬਿਲਕੁਲ ਤਿਆਰ ਨਹੀਂ ਸੀ ਸਸੁਰ ਜੀ ਨਹੀਂ ਰਹੇ। ਟ੍ਰੇਨ ਜਿਵੇਂ ਜਿਵੇਂ ਰਫ਼ਤਾਰ ਫੜਨ ਲੱਗੀ ਵੈਸੇ ਵੈਸੇ ਮੈਨੂੰ ਆਪਣੇ ਜੀਵਨ ਦਾ ਇੱਕ ਇੱਕ ਘਟਨਾਕ੍ਰਮ ਯਾਦ ਆਉਣ ਲੱਗਾ ਜੋ ਉਹਨਾਂ ਦੇ ਨਾਲ ਜੁੜਿਆ ਸੀ। ਮੈਨੂੰ ਅੱਜ ਵੀ ਯਾਦ ਹੈ, ਮੈਂ ਵਿਆਹ ਕਰ ਆਪਣੇ ਸਸੁਰਾਲ ਆਈ ਸੀ। ਜਦ ਮੈਂ ਪਹਿਲੀ ਵਾਰ ਸਸੁਰ ਜੀ ਦੇ ਪੈਰ ਛੂਏ ਸੀ ਉਦੋਂ ਉਹਨਾਂ ਨੇ ਕਿਹਾ ਸੀ, ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਇਸ ਘਰ ਨੂੰ ਆਪਣਾ ਮਾਇਕਾ ਕਦੀ ਨਾ ਸਮਝਣਾ। ਹਾਂ, ਹਮੇਸ਼ਾ ਇਹੀ ਯਾਦ ਰੱਖਣਾ ਕਿ ਇਹ ਤੇਰਾ ਸਸੁਰਾਲ ਹੈ। ਮੈਂ ਉਹਨਾਂ ਦੇ ਇਹ ਕਠੋਰ ਵਚਨ ਸੁਣ ਕੇ ਹੈਰਾਨ ਵੀ ਹੋਈ ਅਤੇ ਡਰ ਵੀ ਗਈ ਸੀ। ਦਰਅਸਲ ਮੇਰੇ ਪਤੀ ਰਾਜੀਵ ਫੌਜ ਵਿੱਚ ਸੀ। ਵਿਆਹ ਦੇ ਲਈ ਉਹ 1 ਮਹੀਨੇ ਦੀ ਛੁੱਟੀ ਲੈ ਕੇ ਆਏ ਸੀ। ਵਿਆਹ ਦੇ ਤੁਰੰਤ ਬਾਅਦ ਅਸੀਂ ਹਨੀਮੂਨ ਦੇ ਲਈ ਮਨਾਲੀ ਗਏ ਅਤੇ ਉੱਥੇ ਤੋਂ ਮੁੜਨੇ ਦੇ ਬਾਅਦ ਮਹਾਬਲੇਸ਼ਵਰ ਪੂਨਾ ਗਏ। ਇਸ ਘੁੰਮਣੇ ਫਿਰਨੇ ਦੇ ਦੌਰਾਨ ਦਿਨ ਕਿਵੇਂ ਕੱਟ ਗਏ ਇਹ ਸਾਨੂੰ ਪਤਾ ਹੀ ਨਹੀਂ ਚੱਲਿਆ। ਉਹਨਾਂ ਦੀ ਛੁੱਟੀਆਂ ਖਤਮ ਹੋ ਗਈ ਅਤੇ ਉਹ ਫਿਰ ਕਸ਼ਮੀਰ ਚਲੇ ਗਏ। ਜਦ ਇੱਕ ਦਿਨ ਅਸੀਂ ਮਹਾਬਲੇਸ਼ਵਰ ਵਿੱਚ ਸਨਸੈਟ ਪੁਆਇੰਟ ਪਰ ਬੈਠੇ ਸੀ, ਜਦ ਗੱਲਾਂ ਵਿੱਚ ਉਹਨਾਂ ਨੇ ਦੱਸਿਆ ਕਿ ਆਪਣੀ ਡਿਊਟੀ ਦੇ ਤਹਿਤ ਸੀਮਾ ਪਰ ਰਹਿਣੇ ਦੇ ਦੌਰਾਨ ਸਾਨੂੰ ਪੂਰੀ ਤਰ੍ਹਾਂ ਚੌਕਸ ਰਹਿਣਾ ਪੈਂਦਾ ਹੈ, ਕਿਉਂਕਿ ਸੀਮਾ ਪਾਰ ਤੋਂ ਸਾਡੀ ਸੀਮਾ ਵਿੱਚ ਅੱਤਵਾਦੀਆਂ ਦੇ ਘੁਸਪੈਠ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ। ਫਿਰ ਸੀਮਾ ਪਾਰ ਤੋਂ ਦੁਸ਼ਮਣ ਦੀ ਸੈਨਾ ਕਦੀ ਵੀ ਸੀਜ਼ਫਾਇਰ ਤੋੜ ਕੇ ਗੋਲੀਬਾਰੀ ਕਰਦੀ ਰਹਿੰਦੀ ਹੈ। ਇਸ ਲਈ ਸਾਨੂੰ ਹਮੇਸ਼ਾ ਸੁਚੇਤ ਰਹਿਣਾ ਪੈਂਦਾ ਹੈ। ਸਾਡੀ ਛੋਟੀ ਜਿਹੀ ਗਲਤੀ ਜਾਂ ਭੁੱਲ ਸਾਡੇ ਲਈ ਜਾਨ ਦਾ ਖਤਰਾ ਬਣ ਸਕਦੀ ਹੈ। ਜਦ ਉਹਨਾਂ ਦੀ ਇਹ ਗੱਲ ਪੂਰੀ ਹੋਈ ਉਦੋਂ ਮੈਂ ਹੀ ਸਵਾਲ ਕੀਤਾ, ਤੁਸੀਂ ਮੈਨੂੰ ਕਸ਼ਮੀਰ ਘੁਮਾਉਣ ਕਦ ਲੈ ਜਾਓਗੇ? ਉਦੋਂ ਤੁਰੰਤ ਜਵਾਬ ਦਿੰਦੇ ਹੋਏ ਉਹ ਬੋਲੇ, ਰੇਖਾ ਅਗਲੀ ਵਾਰ ਜਦ ਇੰਦੌਰ ਆਊਂਗਾ ਉਦੋਂ ਤੈਨੂੰ ਆਪਣੇ ਨਾਲ ਕਸ਼ਮੀਰ ਲੈ ਜਾਊਂਗਾ। ਉਹਨਾਂ ਦੇ ਕਸ਼ਮੀਰ ਪਹੁੰਚਣੇ ਦਾ ਫੋਨ ਆਇਆ ਅਤੇ ਉਸਦੇ ਅਗਲੇ ਹੀ ਦਿਨ ਸਵੇਰੇ 5 ਵਜੇ ਫੋਨ ਦੀ ਘੰਟੀ ਵੱਜੀ। ਮੇਰੇ ਸਸੁਰ ਜੀ ਨੇ ਹੀ ਫੋਨ ਚੁੱਕਿਆ। ਉੱਧਰ ਤੋਂ ਆਵਾਜ਼ ਆਈ, ਮੈਂ ਕਰਨਲ ਸਿਨਹਾ ਬੋਲ ਰਿਹਾ ਹਾਂ। ਮੈਨੂੰ ਇਹ ਖਬਰ ਦਿੰਦੇ ਹੋਏ ਦੁੱਖ ਹੋ ਰਿਹਾ ਹੈ ਕਿ ਕੱਲ੍ਹ ਰਾਤ ਕੁਝ ਅੱਤਵਾਦੀਆਂ ਨੇ ਸਾਡੀ ਸੀਮਾ ਪਰ ਹਮਲਾ ਕਰ ਦਿੱਤਾ। ਉਹਨਾਂ ਦੇ ਨਾਲ ਲੜਦੇ ਹੋਏ ਤੁਹਾਡਾ ਪੁੱਤਰ ਰਾਜੀਵ ਸ਼ਹੀਦ ਹੋ ਗਿਆ। ਉੱਧਰ ਤੋਂ ਟੈਲੀਫੋਨ ਬੰਦ ਹੋਇਆ ਅਤੇ ਇੱਧਰ ਮੇਰੇ ਸਸੁਰ ਜੀ ਨੇ ਮੇਰੇ ਕਮਰੇ ਦਾ ਦਰਵਾਜ਼ਾ ਖੜਕਾਇਆ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉਹਨਾਂ ਨੇ 90 ਤੁਲੇ ਸਪਾਟ ਸ਼ਬਦਾਂ ਵਿੱਚ ਮੈਨੂੰ ਮੇਰੇ ਪਤੀ ਦੇ ਸ਼ਹੀਦ ਹੋਣੇ ਦਾ ਸਮਾਚਾਰ ਸੁਣਾਇਆ। ਉਦੋਂ ਉਹਨਾਂ ਦੀ ਗੱਲ ਸੁਣ ਕੇ ਮੈਨੂੰ ਲੱਗਿਆ ਕਿ ਉਹਨਾਂ ਨੂੰ ਆਪਣੇ ਪੁੱਤਰ ਦੇ ਸ਼ਹੀਦ ਹੋਣੇ ਦਾ ਗਮ ਹੈ ਵੀ ਜਾਂ ਨਹੀਂ। ਕੋਈ ਆਪਣੇ ਮਤਰੇਏ ਪੁੱਤਰ ਦੀ ਮੌਤ ਪਰ ਵੀ ਇੰਨਾ ਸਖਤ ਨਹੀਂ ਬਣਿਆ ਰਹਿ ਸਕਦਾ। ਕੋਈ ਪਿਤਾ ਇੰਨਾ ਪੱਥਰ ਦਿਲ ਹੋ ਸਕਦਾ ਹੈ। ਇਹ ਸੋਚ ਕੇ ਮੈਂ ਹੈਰਤ ਵਿੱਚ ਸੀ। ਰਾਜੀਵ ਦੀ ਮੌਤ ਤੋਂ 1.5 ਮਹੀਨੇ ਬਾਅਦ
ਮੇਰੇ ਮਾਤਾ ਪਿਤਾ ਪੈਰੀ ਛੁਡਾਣੇ ਦੀ ਰਸਮ ਅਦਾ ਕਰਨੇ ਦੇ ਲਈ ਮੇਰੇ ਸਸੁਰਾਲ ਆਏ। ਜਦ ਮੇਰੇ ਪਿਤਾ ਜੀ ਨੇ ਸਸੁਰ ਜੀ ਨੂੰ ਵੀ ਸਾਡੇ ਨਾਲ ਚੱਲਣੇ ਦੇ ਲਈ ਨਿਵੇਦਨ ਕੀਤਾ, ਉਦੋਂ ਉਹ ਬੋਲੇ, ਤੁਸੀਂ ਰੇਖਾ ਨੂੰ ਆਪਣੇ ਨਾਲ ਲੈ ਜਾ ਕੇ ਆਪਣੀ ਰਸਮ ਅਦਾਇਗੀ ਕਰੋ। ਮੈਂ ਇਹਨਾਂ ਪ੍ਰਾਚੀਨ ਪਖੰਡ ਨੂੰ ਨਹੀਂ ਮੰਨਦਾ। ਪਾਪਾ ਜੀ ਉਹਨਾਂ ਦਾ ਜਵਾਬ ਸੁਣ ਕੇ ਹੈਰਾਨ ਰਹਿ ਗਏ। ਕਰੀਬ 10 ਦਿਨ ਮਾਇਕੇ ਵਿੱਚ ਰਹਿਣੇ ਦੇ ਬਾਅਦ ਮੈਂ ਫਿਰ ਆਪਣੇ ਸਸੁਰਾਲ ਆ ਗਈ। ਕੁਝ ਦਿਨ ਤੱਕ ਸਸੁਰ ਜੀ ਨੇ ਮੇਰੀ ਤਰਫ ਬਿਲਕੁਲ ਧਿਆਨ ਨਹੀਂ ਦਿੱਤਾ। ਮੈਂ ਕਿਸੇ ਕੋਨੇ ਵਿੱਚ ਬੈਠ ਕੇ ਦਿਨ ਭਰ ਰੋਂਦੀ ਰਹਿੰਦੀ, ਪਰ ਉਹਨਾਂ ਨੇ ਆਪਣਾ ਸੋਸ਼ਲ ਵਰਕ ਬਿਲਕੁਲ ਉਸੀ ਤਰ੍ਹਾਂ ਚਾਲੂ ਕਰ ਦਿੱਤਾ ਜਿਵੇਂ ਉਹ ਪਹਿਲਾਂ ਕਰਿਆ ਕਰਦੇ ਸੀ। ਮੈਂ ਕੋਨੇ ਵਿੱਚ ਬੈਠੇ ਬੈਠੇ ਸੋਚਦੀ ਰਹਿੰਦੀ ਕਿ ਇਹ ਕੈਸੇ ਪਿਤਾ ਹਨ ਜਿਨ੍ਹਾਂ ਦੇ ਚਿਹਰੇ ਪਰ ਆਪਣੇ ਪੁੱਤਰ ਦੇ ਮਰਨੇ ਦਾ ਗਮ ਤੱਕ ਨਜ਼ਰ ਨਹੀਂ ਆਉਂਦਾ। ਇੱਕ ਦਿਨ ਜਦ ਅਸੀਂ ਇਕੱਠੇ ਬੈਠੇ ਸੀ, ਉਦੋਂ ਮੈਂ ਹੀ ਉਹਨਾਂ ਤੋਂ ਪੁੱਛਿਆ, ਪਿਤਾ ਜੀ, ਕਿਆ ਤੁਹਾਨੂੰ ਰਾਜੀਵ ਦੀ ਯਾਦ ਨਹੀਂ ਆਉਂਦੀ? ਮੈਂ ਤਾਂ ਉਹਨਾਂ ਦੇ ਗਮ ਨੂੰ ਆਪਣੇ ਦਿਲ ਤੋਂ ਅਲੱਗ ਨਹੀਂ ਕਰ ਪਾ ਰਹੀ ਹਾਂ। ਉਦੋਂ ਉਹਨਾਂ ਨੇ ਆਪਣੀ ਤੜਪਦੀਆਂ ਅੱਖਾਂ ਨਾਲ ਮੇਰੀ ਤਰਫ ਦੇਖਿਆ ਅਤੇ ਬੋਲੇ, ਜਿਸ ਦਿਨ ਉਹ ਫੌਜ ਵਿੱਚ ਭਰਤੀ ਹੋਇਆ ਸੀ, ਉਸੀ ਦਿਨ ਤੋਂ ਮੈਂ ਆਪਣਾ ਦਿਲ ਕਠੋਰ ਕਰ ਲਿਆ ਸੀ। ਮੈਂ ਜਾਣਦਾ ਸੀ ਕਿ ਇਹ ਖਬਰ ਇੱਕ ਨਾ ਇੱਕ ਦਿਨ ਤਾਂ ਮੈਨੂੰ ਸੁਣਨੇ ਨੂੰ ਮਿਲ ਹੀ ਸਕਦੀ ਹੈ। ਫਿਰ ਜੋ ਦੇਸ਼ ਦੇ ਲਈ ਸ਼ਹੀਦ ਹੋ ਗਿਆ ਹੈ, ਉਸ ਦਾ ਗਮ ਕਿਉਂ ਕਰੀਏ? ਸਾਨੂੰ ਤਾਂ ਗਰਵ ਹੋਣਾ ਚਾਹੀਦਾ ਕਿ ਸਾਡਾ ਪੁੱਤਰ ਦੇਸ਼ ਦੇ ਕੰਮ ਆ ਗਿਆ। ਉਹਨਾਂ ਦੇ ਕਠੋਰ ਬੋਲ ਸੁਣ ਕੇ ਮੈਂ ਹੈਰਾਨ ਰਹਿ ਗਈ। ਕੁਝ ਦਿਨ ਹੋਰ ਬੀਤੇ, ਮੈਂ ਅਕਸਰ ਉਦਾਸ ਹੀ ਬੈਠੀ ਰਹਿੰਦੀ ਸੀ। ਇੱਕ ਦਿਨ ਉਹ ਮੇਰੇ ਕਮਰੇ ਵਿੱਚ ਆਏ ਅਤੇ ਬੋਲੇ, ਇਹ ਕਿਆ ਤੂੰ ਦਿਨ ਭਰ ਬਿਸਤਰ ਪਰ ਇੱਕ ਲਾਸ਼ ਦੀ ਤਰ੍ਹਾਂ ਪਈ ਰਹਿੰਦੀ ਹੈ? ਰਾਜੀਵ ਦੀ ਮੌਤ ਹੋਈ ਹੈ ਜਾਂ ਤੇਰੀ? ਮੈਂ ਹੰਝੂ ਪੂੰਝਦੇ ਹੋਏ ਕਿਹਾ, ਬਾਬੂ ਜੀ, ਤੁਸੀਂ ਮੇਰਾ ਦੁੱਖ ਨਹੀਂ ਸਮਝ ਸਕਦੇ। ਮੇਰਾ ਇੰਨਾ ਕਹਿਣਾ ਹੋਇਆ ਹੀ ਸੀ ਕਿ ਉਹ ਬੋਲੇ, ਕਿਆ ਕਿਹਾ ਤੂੰ ਕਿ ਮੈਂ ਤੇਰਾ ਦੁੱਖ ਨਹੀਂ ਸਮਝ ਸਕਦਾ? ਅਰੀ ਨਦਾਨ, ਮੈਂ ਵੀ ਆਪਣੀ ਜਵਾਨੀ ਵਿੱਚ ਆਪਣੀ ਜੀਵਨ ਸਾਥੀ, ਆਪਣੀ ਪਤਨੀ ਖੋਈ ਸੀ। ਉਦੋਂ ਰਾਜੀਵ ਸਿਰਫ 5 ਸਾਲ ਦਾ ਸੀ ਅਤੇ ਤੂੰ ਮੈਨੂੰ ਕਹਿ ਰਹੀ ਹੈ ਕਿ ਮੈਂ ਤੇਰਾ ਦੁੱਖ ਨਹੀਂ ਸਮਝ ਸਕਦਾ ਹਾਂ। ਜੇਕਰ ਤੂੰ ਆਪਣਾ ਸੁਹਾਗ ਖੋਇਆ ਹੈ ਤਾਂ ਮੈਂ ਵੀ ਆਪਣਾ ਇੱਕਮਾਤਰ ਸਹਾਰਾ ਖੋਇਆ ਹੈ। ਬਾਬੂ ਜੀ, ਮੇਰੇ ਸਾਹਮਣੇ ਮੇਰੀ ਪੂਰੀ ਜ਼ਿੰਦਗੀ ਪਈ ਹੈ ਅਤੇ ਮੈਂ ਉਲਝਣ ਵਿੱਚ ਹਾਂ ਕਿ ਹੁਣ ਮੈਂ ਕਿਆ ਕਰਾਂ। ਮੇਰੀ ਗੱਲ ਉਹਨਾਂ ਨੇ ਗੰਭੀਰਤਾ ਨਾਲ ਸੁਣੀ ਅਤੇ ਫਿਰ ਉਹ ਬੋਲੇ, ਤੂੰ ਇਸ ਗਮ ਨੂੰ ਆਪਣੇ ਤੋਂ ਦੂਰ ਹਟਾਵੇਂਗੀ, ਉਦੋਂ ਤਾਂ ਆਪਣੇ ਬਾਰੇ ਵਿੱਚ ਕੁਝ ਸੋਚ ਸਕੇਂਗੀ ਨਾ। ਕੁਝ ਦਿਨਾਂ ਬਾਅਦ ਇੱਕ ਦਿਨ ਸਸੁਰ ਜੀ ਮੇਰੇ ਕੋਲ ਆਏ ਅਤੇ ਬੋਲੇ, ਬੇਟੀ, ਹੁਣ ਅੱਜ ਤੋਂ ਤੂੰ ਆਪਣੀ ਜ਼ਿੰਮੇਦਾਰੀ ਭਰੀ ਜ਼ਿੰਦਗੀ ਸ਼ੁਰੂ ਕਰ। ਫਿਰ ਉਹਨਾਂ ਨੇ ਮੈਨੂੰ ਗੈਸ ਦੀ ਬੁਕਿੰਗ ਕਿਵੇਂ ਕਰਦੇ ਹਨ ਇਹ ਦੱਸਿਆ। ਕੁਝ ਦਿਨਾਂ ਬਾਅਦ ਉਹ ਮੈਨੂੰ ਬੈਂਕ ਲੈ ਗਏ ਅਤੇ ਉੱਥੇ ਦੇ ਕੰਮ ਸਮਝਾਏ। ਫਿਰ ATM ਲੈ ਗਏ ਅਤੇ ਪੈਸੇ ਕਿਵੇਂ ਕੱਢਦੇ ਹਨ ਇਹ ਸਿਖਾਇਆ। ਟੈਲੀਫੋਨ ਅਤੇ ਬਿਜਲੀ ਦਾ ਬਿੱਲ ਭਰਨਾ ਵੀ ਉਹਨਾਂ ਨੇ ਮੈਨੂੰ ਸਿਖਾਇਆ। ਇਹ ਸਭ ਕੰਮ ਮੈਂ ਸਿੱਖ ਗਈ ਅਤੇ ਕਰਨ ਵੀ ਲੱਗੀ। ਪਰ ਘਰ ਦੇ ਕੰਮ ਨਿਪਟਾਣੇ ਦੇ ਬਾਅਦ ਜਦ ਮੈਂ ਇਕੱਲੀ ਰਹਿੰਦੀ, ਉਦੋਂ ਉਦਾਸ ਹੋ ਜਾਂਦੀ ਸੀ। ਇੱਕ ਦਿਨ ਸਸੁਰ ਜੀ ਨੇ ਮੈਨੂੰ ਬੁਲਾਇਆ ਅਤੇ ਕਿਹਾ, ਦੇਖੋ, ਹੁਣ ਬਹੁਤ ਹੋ ਗਿਆ। ਤੇਰਾ ਉਦਾਸ ਚਿਹਰਾ ਦੇਖ ਕੇ ਮੈਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਬਿਹਤਰ ਇਹ ਹੋਵੇਗਾ ਕਿ ਤੂੰ ਫਿਰ ਆਪਣੇ ਮਾਇਕੇ ਚਲੀ ਜਾ ਜਾਂ ਇਸ ਘਰ ਦੇ ਇਲਾਵਾ ਕਿਤੇ ਹੋਰ ਰਹਿਣ ਚਲੀ ਜਾ। ਤੂੰ ਚਾਹੇ ਤਾਂ ਮੈਂ ਤੇਰੇ ਲਈ ਕੋਈ ਕਿਰਾਏ ਦਾ ਫਲੈਟ ਦੇਖਦਾ ਹਾਂ, ਜਾਂ ਖੁਦ ਆਪਣੇ ਲਈ ਮਕਾਨ ਜਾਂ ਫਲੈਟ ਦੇਖ ਲੈ। ਮੈਂ ਉਹਨਾਂ ਨੂੰ ਕਈ ਵਾਰ ਕਿਹਾ ਕਿ ਮੈਂ ਇਕੱਲੀ ਕਿਵੇਂ ਰਹਿ ਪਾਊਂਗੀ, ਤਾਂ ਉਹ ਬੋਲੇ, ਇਹ ਤੇਰੀ ਪ੍ਰੋਬਲਮ ਹੈ ਅਤੇ ਇਸ ਨੂੰ ਤੈਨੂੰ ਹੀ ਹੱਲ ਕਰਨਾ ਹੈ। ਦਿਨ ਪ੍ਰਤੀ ਦਿਨ ਉਹਨਾਂ ਦਾ ਕਠੋਰ ਹੁੰਦਾ ਹੋਇਆ ਰੁੱਖ ਦੇਖ ਕੇ ਮੈਂ ਫੈਸਲਾ ਕੀਤਾ ਕਿ
ਵਾਸਤਵ ਵਿੱਚ ਹੁਣ ਰੋਣੇ ਮਾਤਰ ਨਾਲ ਕੰਮ ਨਹੀਂ ਚੱਲੇਗਾ। ਫਿਰ ਇੱਕ ਦਿਨ ਦੁਪਹਿਰ ਨੂੰ ਮੈਂ ਆਪਣੇ ਲਈ ਕਿਰਾਏ ਦਾ ਇੱਕ ਫਲੈਟ ਦੇਖਣ ਦੇ ਲਈ ਘਰ ਤੋਂ ਨਿਕਲ ਪਈ। ਰਾਜੀਵ ਦੇ ਦੋਸਤ ਰਾਜੇਸ਼ ਦੀ ਮਦਦ ਨਾਲ ਮੈਂ ਇੱਕ ਫਲੈਟ ਕਿਰਾਏ ਪਰ ਲਿਆ ਅਤੇ ਉੱਥੇ ਰਹਿਣ ਵੀ ਚਲੀ ਗਈ। ਹੁਣ ਮੈਂ ਇੱਥੇ ਇਕੱਲੀ ਸੀ। ਫਿਰ ਘਰ ਅਤੇ ਬਾਹਰ ਦਾ ਸਾਰਾ ਕੰਮ ਕਾਜ ਮੈਨੂੰ ਹੀ ਕਰਨਾ ਪੈਂਦਾ ਸੀ। ਰਾਜੀਵ ਦੀ ਪੈਨਸ਼ਨ ਹਰ ਮਹੀਨੇ ਮਿਲ ਰਹੀ ਸੀ, ਇਸ ਲਈ ਕੋਈ ਆਰਥਿਕ ਪਰੇਸ਼ਾਨੀ ਮੈਨੂੰ ਨਹੀਂ ਸੀ। ਸ਼ਾਮ ਨੂੰ ਸਮੇਂ ਮਿਲਦਾ ਉਦੋਂ ਮੈਂ ਬਾਲਕਨੀ ਵਿੱਚ ਜਾ ਕੇ ਬੈਠ ਜਾਂਦੀ ਅਤੇ ਰਸਤੇ ਤੋਂ ਗੁਜ਼ਰਨੇ ਵਾਲੇ ਰਾਹਗੀਰਾਂ ਨੂੰ ਨਿਹਾਰਦੀ ਰਹਿੰਦੀ। ਇਸ ਪ੍ਰਕਾਰ ਮੇਰੀ ਸ਼ਾਮਾਂ ਗੁਜ਼ਰਨ ਲੱਗੀ। ਪਰ ਦੁਪਹਿਰ ਵਿੱਚ ਅਕਸਰ ਮੈਂ ਬੋਰ ਹੋ ਜਾਂਦੀ ਤਾਂ ਮੈਂ ਕੰਪਿਊਟਰ ਸਿੱਖਣੇ ਦੇ ਲਈ ਇੱਕ ਕਲਾਸ ਜੁਆਇਨ ਕਰ ਲਈ। 3 ਮਹੀਨੇ ਵਿੱਚ ਮੈਂ ਦਫ਼ਤਰ ਅਕਾਊਂਟਿੰਗ ਟੈਲੀ ਸਿੱਖ ਲਿਆ। ਇੱਕ ਦਿਨ ਸ਼ਾਮ ਨੂੰ ਮੈਂ ਟੀਵੀ ਪਰ ਆਪਣਾ ਪਸੰਦੀਦਾ ਧਾਰਾਵਾਹਿਕ ਦੇਖ ਰਹੀ ਸੀ। ਜਦੀ ਮਿਸੇਸ ਰਾਮਚੰਦਾਨੀ ਆ ਗਈ। ਮੈਂ ਉਹਨਾਂ ਦੇ ਲਈ ਚਾਹ ਬਣਾਈ। ਚਾਹ ਦੀ ਚੁਸਕੀਆਂ ਲੈਂਦੇ ਹੋਏ ਉਹ ਬੋਲੀ, ਰੇਖਾ, ਮੇਰੇ ਦਫ਼ਤਰ ਵਿੱਚ ਕੰਪਿਊਟਰ ਆਪਰੇਟਰ ਦੀ ਇੱਕ ਪੋਸਟ ਖਾਲੀ ਹੈ। ਜੇਕਰ ਤੂੰ ਟਰਾਈ ਕਰੇ ਤਾਂ ਉਹ ਪੋਸਟ ਤੈਨੂੰ ਮਿਲ ਸਕਦੀ ਹੈ। ਜੇਕਰ ਨੌਕਰੀ ਮਿਲ ਗਈ ਤਾਂ ਤੇਰਾ ਸਮੇਂ ਵੀ ਚੰਗਾ ਕੱਟੇਗਾ ਅਤੇ ਨਵੇਂ ਲੋਕਾਂ ਨਾਲ ਮੇਲਜੋਲ ਵੀ ਵਧਣ ਲੱਗੇਗਾ। ਪਰ ਮੈਨੂੰ ਤਾਂ ਕੰਮ ਕਰਨੇ ਦਾ ਬਿਲਕੁਲ ਵੀ ਅਨੁਭਵ ਨਹੀਂ ਹੈ। ਮੈਂ ਤੁਰੰਤ ਬੋਲ ਪਈ, ਦੇਖੋ ਰੇਖਾ, ਅਨੁਭਵ ਤਾਂ ਕੰਮ ਕਰਨੇ ਦੇ ਬਾਅਦ ਹੀ ਆਉਂਦਾ ਹੈ ਨਾ। ਮੈਨੂੰ ਉਹਨਾਂ ਦੀ ਗੱਲ ਚੰਗੀ ਲੱਗੀ ਅਤੇ ਮੈਂ ਅਗਲੇ ਦਿਨ ਹੀ ਨੌਕਰੀ ਦੇ ਲਈ ਐਪਲੀਕੇਸ਼ਨ ਦੇ ਦਿੱਤੀ। ਕਰੀਬ 1 ਹਫ਼ਤੇ ਬਾਅਦ ਮੈਨੂੰ ਇੰਟਰਵਿਊ ਦੀ ਸੂਚਨਾ ਮਿਲੀ। ਮੈਂ ਬਹੁਤ ਗੰਭੀਰਤਾ ਨਾਲ ਇੰਟਰਵਿਊ ਦੀ ਤਿਆਰੀ ਕੀਤੀ। ਅਗਲੀ ਸ਼ਾਮ ਮਿਸੇਜ ਰਾਮਚੰਦਾਨੀ ਨੇ ਘਰ ਆ ਕੇ ਮੇਰੇ ਚੋਣ ਬਾਰੇ ਸੂਚਿਤ ਕੀਤਾ ਅਤੇ ਉਸਦੇ ਅਗਲੇ ਦਿਨ ਮੈਨੂੰ ਨਿਯੁਕਤੀ ਪੱਤਰ ਵੀ ਮਿਲ ਗਿਆ। ਮੈਂ ਇਵੇਂ ਤਾਂ ਖਾਲੀ ਹੀ ਸੀ। ਮੈਂ ਦੂਸਰੇ ਦਿਨ ਤੋਂ ਹੀ ਨੌਕਰੀ ਜੁਆਇਨ ਕਰ ਲਈ। ਹੁਣ ਮੇਰੇ ਕੋਲ ਨੌਕਰੀ ਸੀ ਅਤੇ ਮੈਂ ਆਪਣੇ ਪੈਰਾਂ ਪਰ ਖੜੀ ਹੋ ਗਈ ਸੀ। ਇੱਕ ਸ਼ਾਮ ਸਮਾਨ ਇਕੱਠਾ ਕਰਦੇ ਹੋਏ ਮੈਂ ਪਾਇਆ ਕਿ ਸਸੁਰ ਜੀ ਦੇ ਘਰ ਤੋਂ ਸਮਾਨ ਸ਼ਿਫਟ ਕਰਨੇ ਦੇ ਦੌਰਾਨ ਗਲਤੀ ਨਾਲ ਉਹਨਾਂ ਦੇ ਲਾਕਰ ਦੀ ਚਾਬੀ ਮੇਰੇ ਸਮਾਨ ਦੇ ਨਾਲ ਆ ਗਈ ਹੈ। ਸ਼ਾਮ ਨੂੰ ਦਫ਼ਤਰ ਤੋਂ ਮੈਂ ਸਿੱਧੇ ਸਸੁਰ ਜੀ ਦੇ ਇੱਥੇ ਪਹੁੰਚੀ। ਉਸ ਸਮੇਂ ਉਹ ਸਮਾਜਿਕ ਕਾਰਜਕਰਤਾਵਾਂ ਦੀ ਬੈਠਕ ਵਿੱਚ ਵਿਅਸਤ ਸੀ। ਮੈਨੂੰ ਦੇਖਦੇ ਹੀ ਬੋਲੇ, ਬੈਠ ਜਾ, ਮੈਂ ਤੇਰੇ ਨਾਲ ਥੋੜ੍ਹੀ ਦੇਰ ਬਾਅਦ ਗੱਲ ਕਰਦਾ ਹਾਂ। ਸਮਾਜਿਕ ਕਾਰਜਕਰਤਾਵਾਂ ਦੀ ਬੈਠਕ ਖਤਮ ਹੋਣੇ ਦੇ ਬਾਅਦ ਉਹਨਾਂ ਨੇ ਮੇਰੀ ਤਰਫ ਦੇਖਿਆ ਅਤੇ ਬੋਲੇ, ਕਿਆ ਤੂੰ ਲਾਕਰ ਦੀ ਚਾਬੀ ਵਾਪਸ ਕਰਨ ਆਈ ਹੈ? ਉਹਨਾਂ ਦੀ ਗੱਲ ਸੁਣ ਕੇ ਮੈਨੂੰ ਹੈਰਾਨੀ ਹੋਈ ਕਿ ਉਹਨਾਂ ਨੂੰ ਕਿਵੇਂ ਪਤਾ ਚੱਲਿਆ ਕਿ ਮੈਂ ਲਾਕਰ ਦੀ ਚਾਬੀ ਦੇਣ ਆਈ ਹਾਂ। ਮੇਰਾ ਹੈਰਾਨੀ ਨਾਲ ਭਰਿਆ ਚਿਹਰਾ ਦੇਖ ਕੇ ਉਹ ਬੋਲੇ, ਬੇਟੀ, ਮੈਂ ਜਾਣ-ਬੁੱਝ ਕੇ ਹੀ ਲਾਕਰ ਦੀ ਚਾਬੀ ਤੇਰੇ ਸਮਾਨ ਦੇ ਨਾਲ ਰੱਖ ਦਿੱਤੀ ਸੀ। ਦਰਅਸਲ ਮੈਂ ਤੇਰੀ ਪ੍ਰੀਖਿਆ ਲੈ ਰਿਹਾ ਸੀ ਕਿ ਤੂੰ ਚਾਬੀ ਆਪਣੇ ਕੋਲ ਰੱਖਦੀ ਹੈ ਜਾਂ ਮੈਨੂੰ ਵਾਪਿਸ ਕਰਦੀ ਹੈ। ਮੈਂ ਟੀ ਟੇਬਲ ਪਰ ਲਾਕਰ ਦੀ ਚਾਬੀ ਰੱਖੀ ਅਤੇ ਉਹਨਾਂ ਨੂੰ ਨਮਸਕਾਰ ਕਰ ਮੁੜਨ ਲੱਗੀ। ਉਦੋਂ ਉਹ ਬੋਲੇ, ਸੁਣਿਆ ਹੈ ਤੂੰ ਨੌਕਰੀ ਕਰਨ ਲੱਗੀ ਹੈ ਅਤੇ ਤੇਰੀ ਆਪਣੇ ਦਫ਼ਤਰ ਦੇ ਮੈਨੇਜਰ ਦੇ ਨਾਲ ਬਹੁਤ ਬਣਦੀ ਹੈ। ਕਿਆ ਇਰਾਦਾ ਹੈ? ਮੈਂ ਸਤਿਕਾਰ ਨਾਲ ਪਰ ਧੀਰਜ ਦੇ ਨਾਲ ਉਹਨਾਂ ਨੂੰ ਕਿਹਾ, ਮੈਂ ਕੰਪਿਊਟਰ ਆਪਰੇਟਰ ਦੇ ਅਹੁਦੇ ਪਰ ਹਾਂ ਅਤੇ ਉਹ ਮੇਰੇ ਅਧਿਕਾਰੀ ਹਨ। ਇਸ ਲਈ ਕਈ ਵਾਰ ਮੈਨੂੰ ਉਹਨਾਂ ਦੇ ਕੈਬਿਨ ਵਿੱਚ ਜਾਣਾ ਪੈਂਦਾ ਹੈ। ਹੁਣ ਇਸ ਨੂੰ ਲੋਕ ਕਿਸ ਨਜ਼ਰ ਨਾਲ ਦੇਖਦੇ ਹਨ ਅਤੇ ਕਿਆ ਸੋਚਦੇ ਹਨ, ਇਸ ਦੀ ਚਿੰਤਾ ਮੈਂ ਨਹੀਂ ਪਾਲਦੀ। ਮੇਰਾ ਜਵਾਬ ਸੁਣ ਕੇ ਉਹਨਾਂ ਨੇ ਗਰਦਨ ਨੀਵੀਂ ਕਰ ਲਈ। ਮੈਂ ਉਹਨਾਂ ਦੇ ਪੈਰ ਛੂਹੇ ਅਤੇ ਫਿਰ ਘਰ ਚਲੀ ਆਈ। ਮੈਂ ਘਰ ਜ਼ਰੂਰ ਚਲੀ ਆਈ, ਪਰ ਸਸੁਰ ਜੀ ਦੀ ਇਹ ਗੱਲ ਮੇਰੇ ਕੰਨਾਂ ਵਿੱਚ ਬਾਰ-ਬਾਰ ਟਕਰਾਉਂਦੀ ਰਹੀ ਕਿ ਸੁਣਿਆ ਹੈ ਤੂੰ ਨੌਕਰੀ ਕਰਨ ਲੱਗੀ ਹੈ ਅਤੇ ਤੇਰੀ ਆਪਣੇ ਦਫ਼ਤਰ ਦੇ ਮੈਨੇਜਰ ਦੇ ਨਾਲ
ਬਹੁਤ ਬਣਦੀ ਹੈ। ਕਿਆ ਇਰਾਦਾ ਹੈ? ਮੈਨੂੰ ਲੱਗਿਆ ਕਿ ਇਹ ਗੱਲ ਹੁਣ ਮੈਨੂੰ ਇੱਥੇ ਚੈਨ ਨਾਲ ਨੌਕਰੀ ਨਹੀਂ ਕਰਨ ਦੇਗੀ। ਅੰਤ ਮੈਂ ਐਤਵਾਰ ਨੂੰ ਸਾਡੇ GM ਦੇ ਬੰਗਲੇ ਪਰ ਉਹਨਾਂ ਨਾਲ ਮਿਲਣ ਗਈ। ਉਹਨਾਂ ਨੇ ਪੁੱਛਿਆ, ਕਹੋ ਤੁਸੀਂ ਕਿਆ ਕਹਿਣਾ ਚਾਹੁੰਦੀ ਹੋ? ਸਰ, ਮੈਂ ਆਪਣਾ ਟ੍ਰਾਂਸਫਰ ਭੋਪਾਲ ਕਰਵਾਉਣਾ ਚਾਹੁੰਦੀ ਹਾਂ। ਮੈਨੂੰ ਪਤਾ ਚੱਲਿਆ ਹੈ ਕਿ ਉੱਥੇ PRO ਦਾ ਅਹੁਦਾ ਰਸਤੋਗੀ ਜੀ ਦੇ ਸੇਵਾ ਮੁਕਤੀ ਹੋਣੇ ਨਾਲ ਖਾਲੀ ਹੈ। ਜੇਕਰ ਤੁਸੀਂ ਮੇਰਾ ਤਬਾਦਲਾ ਉੱਥੇ ਕਰਾ ਸਕੋ ਤਾਂ ਮੈਂ ਤੁਹਾਡੀ ਜੀਵਨ ਭਰ ਆਭਾਰੀ ਰਹੂੰਗੀ। ਨਿਮਰਤਾ ਨਾਲ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖੀ। ਪਰ ਤੁਸੀਂ ਤਾਂ ਇੱਥੇ ਕੰਪਿਊਟਰ ਆਪਰੇਟਰ ਹੋ। ਕਿਆ ਤੁਸੀਂ PRO ਦਾ ਕੰਮ ਸੰਭਾਲ ਸਕੋਗੀ? ਸਰ, ਮੈਨੂੰ ਲੱਗਦਾ ਹੈ ਕਿ ਮੈਂ ਹੁਣ ਕਿਸੇ ਵੀ ਅਹੁਦੇ ਪਰ ਕੰਮ ਕਰਨੇ ਦੇ ਲਈ ਯੋਗ ਹਾਂ। ਕੱਲ੍ਹ ਦਫ਼ਤਰ ਵਿੱਚ ਤਬਾਦਲੇ ਦੇ ਲਈ ਐਪਲੀਕੇਸ਼ਨ ਮੇਰੇ ਕੋਲ ਪਹੁੰਚਾ ਦੇਣਾ। ਉਹਨਾਂ ਦੇ ਇੰਨਾ ਕਹਿੰਦੇ ਹੀ ਮੈਂ ਉਹਨਾਂ ਦਾ ਧੰਨਵਾਦ ਕੀਤਾ ਅਤੇ ਘਰ ਮੁੜ ਆਈ। ਅਗਲੇ ਦਿਨ ਮੈਂ ਆਪਣਾ ਬਿਨੈ ਪੱਤਰ GM ਸਾਹਿਬ ਦੇ ਕੈਬਿਨ ਵਿੱਚ ਪਹੁੰਚਾ ਦਿੱਤਾ। ਲਗਭਗ 1 ਮਹੀਨੇ ਬਾਅਦ ਹੈੱਡਕੁਆਰਟਰ ਤੋਂ ਮੇਰਾ ਤਬਾਦਲਾ ਭੋਪਾਲ ਹੋਣੇ ਦਾ ਆਦੇਸ਼ ਆਇਆ। ਮੈਂ ਆਪਣਾ ਤਬਾਦਲਾ ਭੋਪਾਲ ਕਰਵਾ ਲਿਆ। ਇਹ ਜਾਣ ਕੇ ਮਿਸਿਜ਼ ਰਾਮਚੰਦਾਨੀ ਸਿਹਤ ਦਫ਼ਤਰ ਦੇ ਸਾਰੇ ਸਾਥੀ ਹੈਰਾਨ ਸੀ। ਅਗਲੇ ਦਿਨ ਦਫ਼ਤਰ ਵਿੱਚ ਮੇਰਾ ਵਿਦਾਈ ਸਮਾਰੋਹ ਆਯੋਜਿਤ ਕੀਤਾ ਗਿਆ। ਵਿਦਾਈ ਸਮਾਰੋਹ ਦੇ ਬਾਅਦ ਮੈਂ ਸਿੱਧੇ ਸਸੁਰ ਜੀ ਨਾਲ ਮਿਲਣ ਉਹਨਾਂ ਦੇ ਇੱਥੇ ਗਈ। ਮੈਨੂੰ ਦੇਖਦੇ ਹੀ ਉਹ ਬੋਲੇ, ਰੇਖਾ, ਤੂੰ ਆਪਣਾ ਤਬਾਦਲਾ ਭੋਪਾਲ ਕਰਵਾ ਲਿਆ ਹੈ ਨਾ? ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਫਿਰ ਹੈਰਾਨ ਰਹਿ ਗਈ ਕਿ ਮੇਰਾ ਤਬਾਦਲਾ ਕਰਵਾਉਣੇ ਦੀ ਖਬਰ ਉਹਨਾਂ ਨੂੰ ਕਿਵੇਂ ਮਿਲੀ। ਉਹਨਾਂ ਨੇ ਨੌਕਰ ਨੂੰ ਕਹਿ ਕੇ ਮੇਰੇ ਲਈ ਚਾਹ ਨਾਸ਼ਤਾ ਮੰਗਵਾਇਆ ਅਤੇ ਬੋਲੇ, ਰੇਖਾ, ਭੋਪਾਲ ਪਹੁੰਚਣੇ ਦੇ ਬਾਅਦ ਤੇਰੇ ਘਰ ਦਾ ਪਤਾ ਮੈਨੂੰ ਤੁਰੰਤ ਭਿਜਵਾਉਣਾ। ਦੇਖੋ ਰੇਖਾ, ਇਸ ਵਿੱਚ ਦੇਰ ਨਾ ਕਰਨਾ। ਭੋਪਾਲ ਆਉਣੇ ਦੇ 2 ਦਿਨ ਬਾਅਦ ਹੀ ਦਫ਼ਤਰ ਦੀ ਇੱਕ ਸਹਿਕਰਮੀ ਦੀ ਮਦਦ ਨਾਲ ਮੈਂ ਇੱਕ ਮਕਾਨ ਕਿਰਾਏ ਪਰ ਲਿਆ ਅਤੇ ਨਵੇਂ ਪਤੇ ਦੀ ਜਾਣਕਾਰੀ ਸਸੁਰ ਜੀ ਨੂੰ ਭੇਜ ਦਿੱਤੀ। ਮੈਨੂੰ ਭੋਪਾਲ ਆਏ ਸਿਰਫ 3 ਮਹੀਨੇ ਹੀ ਹੋਏ ਸੀ ਅਤੇ ਅੱਜ ਦਫ਼ਤਰ ਤੋਂ ਘਰ ਪਹੁੰਚਣੇ ਦੇ ਦੌਰਾਨ ਇਹ ਸੂਚਨਾ ਮਿਲੀ ਕਿ ਸਸੁਰ ਜੀ ਨਹੀਂ ਰਹੇ। ਇਹ ਸੰਪੂਰਨ ਘਟਨਾਕ੍ਰਮ ਮੇਰੀ ਅੱਖਾਂ ਦੇ ਸਾਹਮਣੇ ਤੋਂ ਇੱਕ ਫਿਲਮ ਦੀ ਤਰ੍ਹਾਂ ਗੁਜ਼ਰ ਗਿਆ। ਗੱਡੀ ਸਟੇਸ਼ਨ ਦਰ ਸਟੇਸ਼ਨ ਅੱਗੇ ਵਧਦੇ ਹੋਏ ਇੰਦੌਰ ਪਰ ਆ ਕੇ ਰੁਕੀ। ਮੈਂ ਗੱਡੀ ਤੋਂ ਉਤਰੀ ਅਤੇ ਆਟੋ ਕਰਕੇ ਸਸੁਰ ਜੀ ਦੇ ਘਰ ਪਹੁੰਚੀ। ਮੇਰੇ ਪਹੁੰਚਣੇ ਤੋਂ ਪਹਿਲਾਂ ਹੀ ਉਹਨਾਂ ਦੀ ਅੰਤਿਮ ਯਾਤਰਾ ਦੀ ਪੂਰੀ ਤਿਆਰੀ ਹੋ ਗਈ ਸੀ। ਮੈਂ ਅੰਤਿਮ ਵਾਰ ਉਹਨਾਂ ਦਾ ਚਿਹਰਾ ਦੇਖਿਆ ਅਤੇ ਉਹਨਾਂ ਦੇ ਪੈਰ ਛੂਏ। ਹੁਣ ਉਹ ਇੱਕ ਲਾਸ਼ ਦੇ ਰੂਪ ਵਿੱਚ ਮੇਰੇ ਸਾਹਮਣੇ ਸੀ, ਪਰ ਉਹਨਾਂ ਨੂੰ ਦੇਖ ਕੇ ਲੱਗ ਰਿਹਾ ਸੀ ਮੰਨੋ ਮੈਨੂੰ ਕੁਝ ਕਹਿਣਾ ਚਾਹੁੰਦੇ ਹੋਣ। ਉਹਨਾਂ ਦੇ ਭਾਈ ਦੇ ਪੁੱਤਰਾਂ ਨੇ ਅਰਥੀ ਨੂੰ ਮੋਢਾ ਦਿੱਤਾ ਅਤੇ ਉਹਨਾਂ ਦੀ ਅੰਤਿਮ ਯਾਤਰਾ ਚੱਲ ਪਈ। ਅਗਲੇ ਦਿਨ ਮੈਨੂੰ ਮੇਰੇ ਚਚੇਰੇ ਦੇਵਰ ਨੇ ਇੱਕ ਫਾਈਲ ਸੌਂਪੀ। ਮੈਂ ਇੱਕ ਕਰ ਉਸਦੇ ਕਾਗਜ਼ ਪਲਟਣਾ ਸ਼ੁਰੂ ਕੀਤੇ। ਸਸੁਰ ਜੀ ਨੇ ਮੇਰੇ ਨਾਮ ਵਿਰਾਸਤ ਲਿਖੀ ਸੀ, ਜਿਸ ਵਿੱਚ ਸਾਰੀ ਜਾਇਦਾਦ ਅਤੇ ਰੁਪਏ ਪੈਸੇ ਮੇਰੇ ਨਾਮ ਲਿਖੇ ਸੀ। ਵਸੀਅਤਨਾਮੇ ਦੇ ਬਾਅਦ ਅੰਤ ਵਿੱਚ ਇੱਕ ਚਿੱਠੀ ਸੀ ਜੋ ਉਹਨਾਂ ਨੇ ਮੇਰੇ ਨਾਮ ਲਿਖੀ ਸੀ, ਜਿਸ ਵਿੱਚ ਲਿਖਿਆ ਸੀ, ਪਿਆਰੀ ਬੇਟੀ ਰੇਖਾ, ਆਸ਼ੀਰਵਾਦ। ਇਹ ਪੱਤਰ ਤੈਨੂੰ ਮੇਰੇ ਮਰਨੇ ਦੇ ਬਾਅਦ ਹੀ ਮਿਲੇਗਾ। ਤੂੰ ਮੇਰਾ ਸੁਭਾਅ ਦੇਖ ਕੇ ਹੈਰਾਨ ਸੀ, ਜੀਵਨ ਭਰ ਹੈਰਾਨ ਹੀ ਰਹੇਂਗੀ। ਮੈਂ ਜਾਣ ਬੁੱਝ ਕੇ ਤੈਨੂੰ ਆਪਣੇ ਘਰ ਤੋਂ ਨਿਕਲਣੇ ਦੇ ਲਈ ਮਜਬੂਰ ਕਰ ਦਿੱਤਾ ਤਾਂ ਕਿ ਤੂੰ ਆਪਣੇ ਕਮਰੇ ਦੇ ਸੁੰਨੇ ਕੋਨੇ ਤੋਂ ਬਾਹਰ ਨਿਕਲ ਕੇ ਦੁਨੀਆਦਾਰੀ ਨੂੰ ਸਮਝ ਸਕੇ। ਮਿਸੇਸ ਰਾਮਚੰਦਾਨੀ ਨੂੰ ਬੁਲਾ ਕੇ ਮੈਂ ਹੀ ਉਹਨਾਂ ਨੂੰ ਤੇਰੇ ਕੋਲ ਭੇਜਿਆ ਸੀ ਤਾਂ ਕਿ ਤੂੰ ਕੰਪਿਊਟਰ ਆਪਰੇਟਰ ਦੀ ਪੋਸਟ ਦੇ ਲਈ ਅਪਲਾਈ ਕਰੇ। ਦਰਅਸਲ ਮੈਂ ਮਿਸੇਸ ਰਾਮਚੰਦਾਨੀ ਤੋਂ ਜਾਣਕਾਰੀ ਲੈ ਕੇ ਹੀ ਤੇਰੇ ਮੈਨੇਜਰ ਦੇ ਨਾਲ
ਜ਼ਿਆਦਾ ਘੁਲੇ ਮਿਲਣੇ ਦਾ ਆਰੋਪ ਲਗਾਇਆ ਸੀ। ਬੇਟੀ, ਮੈਂ ਇਹੀ ਚਾਹੁੰਦਾ ਸੀ ਕਿ ਤੂੰ ਸਮੇਂ ਦੇ ਨਾਲ ਆਪਣੇ ਲਈ ਇੱਕ ਯੋਗ ਜੀਵਨ ਸਾਥੀ ਤਲਾਸ਼ ਲੈ। ਇਸ ਦੇ ਲਈ ਮੈਨੂੰ ਤੇਰੇ ਦਫ਼ਤਰ ਦਾ ਮੈਨੇਜਰ ਠੀਕ ਵੀ ਲੱਗਿਆ, ਪਰ ਮੇਰੀ ਇਸ ਗੱਲ ਦਾ ਜਵਾਬ ਤੂੰ ਆਪਣਾ ਤਬਾਦਲਾ ਭੋਪਾਲ ਕਰਵਾਉਣੇ ਦੇ ਰੂਪ ਵਿੱਚ ਮੈਨੂੰ ਦਿੱਤਾ। ਬੇਟੀ, ਜ਼ਮਾਨੇ ਦੇ ਬਦਲਣੇ ਦੇ ਨਾਲ ਸਾਨੂੰ ਵੀ ਬਦਲਣਾ ਪੈਂਦਾ ਹੈ। ਵੈਸੇ ਵੀ ਇਕੱਲੀ ਔਰਤ ਦਾ ਜਿਉਣਾ ਅੱਜ ਕੱਲ੍ਹ ਬਹੁਤ ਮੁਸ਼ਕਿਲ ਹੋ ਗਿਆ ਹੈ। ਸਮੇਂ ਰਹਿੰਦੇ ਜੇਕਰ ਤੈਨੂੰ ਕੋਈ ਚੰਗਾ ਜੀਵਨ ਸਾਥੀ ਮਿਲ ਜਾਏ ਤਾਂ ਵਿਆਹ ਜ਼ਰੂਰ ਕਰ ਲੈਣਾ। ਬੇਟੀ, ਜੋ ਮਰ ਗਿਆ ਉਸਦੇ ਨਾਲ ਮਰਿਆ ਤਾਂ ਨਹੀਂ ਜਾ ਸਕਦਾ ਨਾ। ਮੈਨੂੰ ਚਿੰਤਾ ਇਹੀ ਸੀ ਕਿ ਜੇਕਰ ਤੈਨੂੰ ਇਸ ਕਦਰ ਨਿਰਾਸ਼ ਜ਼ਿੰਦਗੀ ਬਤੀਤ ਕਰਨੇ ਦੀ ਆਦਤ ਪੈ ਗਈ ਤਾਂ ਤੇਰਾ ਜੀਵਨ ਨਰਕ ਬਣ ਜਾਵੇਗਾ, ਕਿਉਂਕਿ ਸਾਡੇ ਕੋਲ ਬੇਅੰਤ ਧਨ ਦੌਲਤ ਹੋ ਤਾਂ ਵੀ ਜੀਵਨ ਦੀ ਖੁਸ਼ੀਆਂ ਸਿਰਫ ਰੁਪਏ ਪੈਸੇ ਤੋਂ ਤਾਂ ਨਹੀਂ ਮਿਲਦੀ। ਇਸ ਲਈ ਮੈਂ ਵੀ ਆਪਣਾ ਤਨ ਮਨ ਧਨ ਸਮਾਜਿਕ ਕੰਮਾਂ ਦੇ ਲਈ ਲਗਾਉਂਦਾ ਰਿਹਾ। ਬੇਟੀ, ਮਾਨਵ ਹੋਣੇ ਦਾ ਅਰਥ ਹੈ ਸਮਾਜ ਵਿੱਚ ਰਹਿਣਾ, ਜਦਕਿ ਤੂੰ ਆਪਣੇ ਆਪ ਨੂੰ ਇੱਕ ਕਮਰੇ ਦੇ ਇੱਕ ਸੁੰਨੇ ਕੋਨੇ ਪਰ ਵਿੱਚ ਕੈਦ ਕਰ ਲਿਆ ਸੀ। ਹੁਣ ਮੈਂ ਇਹੀ ਜਾਣ ਕੇ ਬਹੁਤ ਖੁਸ਼ ਹਾਂ ਅਤੇ ਸੰਤੁਸ਼ਟ ਵੀ ਕਿ ਤੂੰ ਜ਼ਿੰਦਗੀ ਨੂੰ ਫਿਰ ਤੋਂ ਜਿਉਣਾ ਸਿੱਖ ਲਿਆ ਹੈ, ਅਤੇ ਮੈਂ ਇਹੀ ਚਾਹੁੰਦਾ ਸੀ। ਹੁਣ ਜੋ ਕੁਝ ਤੇਰਾ ਹੈ ਉਹ ਇਸ ਵਸੀਅਤ ਦੇ ਜ਼ਰੀਏ ਤੈਨੂੰ ਸੌਂਪ ਰਿਹਾ ਹਾਂ। ਤੇਰਾ ਸਸੁਰ ਨਹੀਂ ਬਲਕਿ ਪਿਤਾ ਜੀ। ਉਹਨਾਂ ਦੀ ਹੀ ਚਿੱਠੀ ਪੜ੍ਹ ਕੇ ਮੈਂ ਮਨ ਹੀ ਮਨ ਬਹੁਤ ਪਰੇਸ਼ਾਨ ਹੋਈ ਅਤੇ ਲੱਗਿਆ ਕਿ ਕਾਸ਼ ਉਹਨਾਂ ਦੀ ਸੋਚਣ ਸ਼ਕਤੀ ਨੂੰ ਪਹਿਲਾਂ ਜਾਣ ਪਾਉਂਦੀ ਤਾਂ ਉਹਨਾਂ ਦੇ ਬਾਰੇ ਵਿੱਚ ਉਹ ਸਭ ਕੁਝ ਨਹੀਂ ਸੋਚਦੀ ਜੋ ਇਕੱਲੇਪਨ ਵਿੱਚ ਬੈਠੇ ਬੈਠੇ ਸੋਚਦੀ ਰਹੀ। ਉਹਨਾਂ ਦੇ ਪੱਤਰ ਵਿੱਚ ਲਿਖੀ ਇਸ ਗੱਲ ਦੀ ਮੈਂ ਸਮੇਂ ਰਹਿੰਦੇ ਕਿਸੇ ਜੀਵਨ ਸਾਥੀ ਨੂੰ ਪਸੰਦ ਕਰ ਲਾਂ, ਇਸ ਪਰ ਵੀ ਮੈਂ ਵਿਚਾਰ ਕਰ ਰਹੀ ਹਾਂ। ਯੋਗ ਸਾਥੀ ਮਿਲਣੇ ਪਰ ਮੈਂ ਉਹਨਾਂ ਦੀ ਇਸ ਗੱਲ ਪਰ ਵੀ ਜ਼ਰੂਰ ਅਮਲ ਕਰੂੰਗੀ, ਅਤੇ ਰਾਜੀਵ ਦੀ ਯਾਦਾਂ ਅਤੇ ਉਹਨਾਂ ਦੇ ਨਾਲ ਬਿਤਾਏ ਗਏ ਪਲ ਤਾਂ ਹਮੇਸ਼ਾ ਮੇਰੇ ਨਾਲ ਰਹਿਣਗੇ ਹੀ। ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ।